ਅਸੀਂ ਬਹੁਤ ਮੁਸੀਬਤ ਵਾਲੀ ਦੀ ਧਾਰਨਾ ਬਣ ਗਈ ਹੈ। ਉਹ ਇਹ ਹੈ ਕਿ ਅਸੀਂ ਮਾਫੀਆ ਹੈ। ਸਾਨੂੰ ਜਿੱਥੇ ਵੀ ਕਿਤੇ ਐਡਰੈਸ ਕਰਿਆ ਜਾਂਦਾ ਸਾਨੂੰ ਮਾਫੀਆ ਦੇ ਨਾਂ ਤੋਂ ਬੁਲਾਇਆ ਜਾਂਦਾ ਵੀ ਇਹ ਟਰਾਂਸਪੋਰਟ ਮਾਫੀਆ ਹੈ। ਪੋਲੀਟੀਕਲ ਘਰਾਣੇ ਦਾ ਇਸ ਧੰਦੇ ਵਿੱਚ ਹੋਣ ਕਰਕੇ ਬਾਕੀ 1800 ਬੱਸਾਂ ਵਾਲਿਆਂ ਨੂੰ ਵੀ ਮਾਫੀਆ ਕਹਿਤਾ, ਜਦੋਂ ਕਿ 300 ਬੱਸਾਂ ਵਾਲੇ ਵੀ ਮਾਫੀਆ ਨਹੀਂ, ਕਿਉਂਕਿ ਕਿਸੇ ਵੀ ਪੋਲੀਟੀਕਲ ਬੰਦੇ ਦਾ ਬਿਜ਼ਨਸ ਕਰਨਾ ਮਾਫੀਆ ਨਹੀਂ ਬਣ ਜਾਂਦਾ। ਸਾਡਾ ਨਾ ਜੀ ਜੋ ਕੁਝ ਵੀ ਹੈਗਾ ਪਰਮਿਟ ਸਾਨੂੰ ਸਰਕਾਰ ਦਿੰਦੀ ਹੈ, ਟਾਈਮ ਟੇਬਲ ਸਾਨੂੰ ਸਰਕਾਰ ਦਿੰਦੀ ਹੈ, ਕਿੰਨਾ ਫੇਅਰ ਲੈਣਾ, ਕਿਰਾਇਆ ਲੈਣਾ, ਘੱਟ ਲੈਣਾ, ਵੱਧ ਲੈਣਾ, ਜੋ ਵੀ ਹੈ ਉਹ ਸਰਕਾਰ ਡਿਸਾਈਡ ਕਰਦੀ ਹੈ। ਪਹਿਲੀ ਗੱਲ ਤਾਂ ਇਹ ਕਿ ਵੀ ਮਾਫੀਆ ਕੀ ਹੁੰਦਾ ਹੈ। ਮਾਫੀਆ ਇੱਕ ਆਰਗੇਨਾਈਜ਼ਡ ਗਰੁੱਪ ਆਫ ਕ੍ਰਿਮੀਨਲਸ ਨੇ ਜੋ ਇਕੱਠੇ ਹੋ ਕਰਕੇ ਪ੍ਰੈਸ਼ਰ ਪਾ ਕੇ ਲੋਕਾਂ ਤੋਂ ਆਪਣਾ ਕੰਮ ਕਢਾਉਂਦੇ ਨੇ। ਕੋਈ ਵੀ ਧੰਦਾ, ਕੋਈ ਵੀ ਪੋਲੀਟੀਕਲ ਬੰਦਾ ਬਿਜ਼ਨਸ ਕਰ ਸਕਦਾ। ਕੱਲ੍ਹ ਨੂੰ ਕਾਂਗਰਸ ਦੀ ਸਰਕਾਰ ਆਵੇ, ਹੈਨਰੀ ਸਾਹਿਬ ਕਾਂਗਰਸ ਦੇ ਮੰਤਰੀ ਨੇ, ਇਹਦਾ ਮਤਲਬ ਫਿਰ ਉਹ ਮਾਫੀਆ ਹੋ ਗਏ। ਬਾਦਲ ਨੇ ਜੀ, ਬਾਦਲ ਕੋਲੇ 329 ਬੱਸਾਂ ਨੇ। ਜੇ ਹੁਣ ਉਹਨਾਂ ਕੋਲੇ 329 ਬੱਸਾਂ ਹੈ ਜੀ, ਉਹਨਾਂ ਦੀਆਂ ਬੱਸਾਂ ਸੜਕ ਤੇ ਚੱਲਦੀਆਂ ਜੀ। ਵੀ ਕਿਤੇ ਐਡਰੈਸ ਕਰਿਆ ਜਾਂਦਾ ਸਾਨੂੰ ਮਾਫੀਆ ਦੇ ਨਾਂ ਤੋਂ ਬੁਲਾਇਆ ਜਾਂਦਾ ਵੀ ਇਹ ਟਰਾਂਸਪੋਰਟ ਮਾਫੀਆ ਹੈ। ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਮਾਫੀਆ ਨਹੀਂ ਹੈ। ਸਾਡਾ ਮਾਫੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਿਛਲੇ ਟਰਾਂਸਪੋਰਟ ਮੰਤਰੀ ਨੇ ਰਾਜੇ ਵੜਿੰਗ ਨੇ, ਮੈਂ ਤਾਂ ਕਲੀਅਰ ਕੱਟ ਨਾਂ ਲੈਣਾ ਜੀ, ਉਹਨਾਂ ਨੇ ਸਾਰਾ ਕੁਝ ਕਰ ਲਿਆ ਜੀ। ਉਹਨਾਂ ਨੇ ਉਹਨਾਂ ਦੇ ਪਰਮਿਟਸ ਕੈਂਸਲ ਕਰਤੇ, ਉਹਨਾਂ ਦਾ ਟੈਕਸ ਨਹੀਂ ਆਇਆ। ਕਹਿੰਦੇ ਜੀ ਜੋ ਕੁਝ ਉਹਨਾਂ ਨੇ ਕੀਤਾ ਕੀ ਹੋਇਆ ਜੀ, ਹਾਈ ਕੋਰਟ 'ਚੋਂ ਬਹਾਲ ਹੋਏ ਜੀ। ਸਰਕਾਰ ਦੇ ਟਾਈਮ ਟੇਬਲ ਦੇ ਹਿਸਾਬ ਨਾਲ, ਸਰਕਾਰ ਦੇ ਮਨਜ਼ੂਰਸ਼ੁਦਾ ਕਿਰਾਏ ਦੇ ਹਿਸਾਬ ਨਾਲ ਅਸੀਂ ਆਪਣੀ ਗੱਡੀਆਂ ਚਲਾਉਂਦੇ ਹਾਂ। ਟਾਈਮ ਸਿਰ ਗੱਡੀ ਦੀ ਫਿਟਨੈਸ ਹੁੰਦੀ ਹੈ, ਗੱਡੀਆਂ ਇੰਸ਼ੋਰਡ ਹੁੰਦੀਆਂ ਨੇ। ਸਾਡੇ ਕੋਲ ਕੋਈ ਐਸਾ ਕੰਮ नहीं है कि ਜਿਹੜਾ ਕਿਸੇ ਦੇ कोई कह सके भी ये इलीगल काम कर देंगे। निजी बस संचालक पंजाब द्वारा लुधियाना के एक निजी होटल में एक प्रेस वार्ता का आयोजन किया गया। इस प्रेस वार्ता के दौरान निजी बस संचालकों द्वारा कहा गया कि ट्रांसपोर्टरों को माफिया शब्द के नाम से पुकारा जाता है, जो कि बर्दाश्ते काबिल नहीं है। इस माफिया शब्द को लोग वापस लें। अगर कोई माफिया है तो उसके खिलाफ कार्रवाई की जाए। वहीं दूसरी तरफ निजी बस मालिकों के लिए आने वाले टाइम टेबल यानी कि समय सारणी की समस्या को भी दूर किया जाए। उन्होंने सरकार द्वारा महिलाओं को सरकारी बसों में मुफ्त यात्रा देने की बात पर कहा कि वह भी महिलाओं को मुफ्त यात्रा की सुविधा दे सकते हैं, लेकिन इसके बदले सरकार उन्हें उसका मुआवजा दे। ਅਸੀਂ ਜੀ ਸਾਰੇ ਪ੍ਰਾਈਵੇਟ ਬੱਸ ਆਪਰੇਟਰਸ ਪੰਜਾਬ ਦੇ ਇਕੱਠੇ ਹੋਏ ਹਾਂ, ਪ੍ਰੈਸ ਕਾਨਫਰੰਸ ਕੀਤੀ ਆ ਸਿਰਫ ਇਹ ਕਲੀਅਰ ਕਰਨ ਲਈ ਕਿ ਜਿਹੜਾ ਪੰਜਾਬ 'ਚ ਮਾਫੀਆ ਦਾ ਨਾਮ ਸਾਨੂੰ ਦਿੱਤਾ ਗਿਆ, ਅਸੀਂ ਇਹ ਪਰਸੈਪਸ਼ਨ ਦੂਰ ਕਰਨ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਆ ਕਿ ਟੋਟਲ 2200 ਬੱਸਾਂ ਵਿੱਚੋਂ ਇੱਕ ਪੋਲੀਟੀਕਲ ਘਰਾਣੇ ਦਾ ਇਸ ਧੰਦੇ ਵਿੱਚ ਹੋਣ ਕਰਕੇ ਬਾਕੀ 1800 ਬੱਸਾਂ ਵਾਲਿਆਂ ਨੂੰ ਵੀ ਮਾਫੀਆ ਕਹਿਤਾ, ਜਦੋਂ ਕਿ 300 ਬੱਸਾਂ ਵਾਲੇ ਵੀ ਮਾਫੀਆ ਨਹੀਂ, ਕਿਉਂਕਿ ਕਿਸੇ ਵੀ ਪੋਲੀਟੀਕਲ ਬੰਦੇ ਦਾ ਬਿਜ਼ਨਸ ਕਰਨਾ ਮਾਫੀਆ ਨਹੀਂ ਬਣ ਜਾਂਦਾ। ਕੋਈ ਵੀ ਧੰਦਾ, ਕੋਈ ਵੀ ਪੋਲੀਟੀਕਲ ਬੰਦਾ ਬਿਜ਼ਨਸ ਕਰ ਸਕਦਾ। ਕੱਲ੍ਹ ਨੂੰ ਕਾਂਗਰਸ ਦੀ ਸਰਕਾਰ ਆਵੇ, ਹੈਨਰੀ ਸਾਹਿਬ ਕਾਂਗਰਸ ਦੇ ਮੰਤਰੀ ਨੇ, ਇਹਦਾ ਮਤਲਬ ਫਿਰ ਉਹ ਮਾਫੀਆ ਹੋ ਗਏ। ਅੱਜ ਹੁਸ਼ਿਆਰਪੁਰ ਤੋਂ MLA ਟਾਂਡਾ ਉੜਮੁੜ ਤੋਂ ਰਾਜਾ ਗਿੱਲ ਜੀ ਨੇ, ਉਹ ਵੀ ਟਰਾਂਸਪੋਰਟ ਦਾ ਧੰਦਾ ਕਰਦਾ। ਇਹ ਕੋਈ ਵਧੀਆ ਗੱਲ ਨਹੀਂ। ਜੇ ਪੋਲੀਟੀਕਲ ਬੰਦਾ ਕੋਈ ਧੰਦਾ ਕਰਦਾ ਤਾਂ ਤੁਸੀਂ ਉਹਨੂੰ ਮਾਫੀਆ ਕਹਿ ਦਿਓ, ਤੇ ਬਾਕੀ ਸਾਰੇ ਜਿਹੜੇ ਨਾਲ ਧੰਦਾ ਕਰ ਰਹੇ ਨੇ ਉਹਨਾਂ ਨੂੰ ਵੀ ਮਾਫੀਆ ਦਾ ਨਾਮ ਦੇ ਦਿਓ। ਸਰ, ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਔਰਤਾਂ ਨੂੰ ਕਿਰਾਇਆ ਫ੍ਰੀ ਕੀਤਾ ਹੈ, ਤੁਹਾਨੂੰ ਕਿੰਨਾ ਕੁ ਕਾਰੋਬਾਰ ਤੁਹਾਡਾ ਜਿਹੜਾ ਘੱਟ ਪੈ ਰਿਹਾ? ਬਹੁਤ ਜ਼ਿਆਦਾ ਘੱਟ ਆ ਜੀ। 40-45% ਸਾਡੀਆਂ ਬੱਸਾਂ 'ਚ ਔਰਤਾਂ ਸਫ਼ਰ ਕਰਦੀਆਂ ਸੀ। ਜਦੋਂ ਫ੍ਰੀ ਸਫ਼ਰ ਦੀ ਸਹੂਲਤ ਕਿਸੇ ਬੱਸ 'ਚ ਮਿਲਦੀ ਆ ਤਾਂ ਸਰਕਾਰੀ ਬੱਸ 'ਚ ਕੋਈ ਕਿਉਂ ਚੜੂ? ਉਹਦੇ ਨਾਲ ਦੇ ਜਿਹੜੇ ਮੇਲ ਮੈਂਬਰ ਨੇ ਉਹ ਵੀ ਸਰਕਾਰੀ ਬੱਸਾਂ ਚੜ੍ਹਦੇ ਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਤੁਸੀਂ ਇਹ ਸਹੂਲਤ ਦਿੱਤੀ ਆ ਗਰੀਬ ਵਰਗ ਲਈ, ਅਸੀਂ ਇਹਦੇ ਨਾਲ ਪੂਰਾ ਸਹਿਮਤ ਹਾਂ। ਸਾਡੀਆਂ ਬੱਸਾਂ 'ਚ ਵੀ ਇਹ ਸਹੂਲਤ ਲਾਗੂ ਕਰੋ, ਤੇ ਜਿਹੜੀ ਜਿਵੇਂ ਸਰਕਾਰੀ ਬੱਸਾਂ ਰੋਡਵੇਜ਼ ਤੇ PRTC ਵਾਲੇ ਗਵਰਨਮੈਂਟ ਨੂੰ ਉਸ ਸਫ਼ਰ ਦਾ ਕਲੇਮ ਫਾਈਲ ਕਰਦੇ ਨੇ ਤੇ ਗਵਰਨਮੈਂਟ ਉਹਨਾਂ ਨੂੰ ਪੇਮੈਂਟ ਕਰਦੀ ਆ, ਇੱਦਾਂ ਹੀ ਸਾਨੂੰ ਵੀ ਪੇਮੈਂਟ ਕੀਤੀ ਜਾਵੇ। ਅਸੀਂ ਔਰਤਾਂ ਨੂੰ ਫ੍ਰੀ ਸਫ਼ਰ ਕਰਾਉਣ ਲਈ ਤਿਆਰ ਹਾਂ। ਠੀਕ ਹੈ। ਅਸੀਂ ਪੰਜਾਬ ਦੇ ਬੱਸ ਆਪਰੇਟਰ ਇਕੱਠੇ ਹੋ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ। ਅਸੀਂ ਬਹੁਤ ਮੁਸੀਬਤ ਵਾਲੀ ਦੀ ਧਾਰਨਾ ਬਣ ਗਈ ਹੈ। ਉਹ ਇਹ ਹੈ ਕਿ ਅਸੀਂ ਮਾਫੀਆ ਹੈ। ਸਾਨੂੰ ਜਿੱਥੇ ਵੀ ਕਿਤੇ ਐਡਰੈਸ ਕਰਿਆ ਜਾਂਦਾ ਸਾਨੂੰ ਮਾਫੀਆ ਦੇ ਨਾਂ ਤੋਂ ਬੁਲਾਇਆ ਜਾਂਦਾ ਵੀ ਇਹ ਟਰਾਂਸਪੋਰਟ ਮਾਫੀਆ ਹੈ। ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਮਾਫੀਆ ਨਹੀਂ ਹੈ। ਸਾਡਾ ਮਾਫੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਿ ਵੀ ਮਾਫੀਆ ਕੀ ਹੁੰਦਾ ਹੈ। ਮਾਫੀਆ ਇੱਕ ਆਰਗੇਨਾਈਜ਼ਡ ਗਰੁੱਪ ਆਫ ਕ੍ਰਿਮੀਨਲਸ ਨੇ ਜੋ ਇਕੱਠੇ ਹੋ ਕਰਕੇ ਪ੍ਰੈਸ਼ਰ ਪਾ ਕੇ ਲੋਕਾਂ ਤੋਂ ਆਪਣਾ ਕੰਮ ਕਢਾਉਂਦੇ ਨੇ। ਜਦਕਿ ਅਸੀਂ ਪੰਜਾਬ ਦੇ ਜਿਹੜੇ ਬੱਸ ਸਟੇਜ ਕੈਰੇਜ ਆਪਰੇਟਰ ਨੇ,
ਸਰਕਾਰ ਦੇ ਮਨਜ਼ੂਰਸ਼ੁਦਾ ਸਾਨੂੰ ਸਰਕਾਰ ਪਰਮਿਟ ਗ੍ਰਾਂਟ ਕਰਦੀ ਹੈ, ਉਸ ਪਰਮਿਟ ਤੇ ਅਸੀਂ ਬੱਸ ਪਾਸ ਪਾਉਨੇ ਆਪਣੀ ਬੱਸ ਪਾ ਕੇ ਸਰਕਾਰ ਦੇ ਟਾਈਮ ਟੇਬਲ ਦੇ ਹਿਸਾਬ ਨਾਲ, ਸਰਕਾਰ ਦੇ ਮਨਜ਼ੂਰਸ਼ੁਦਾ ਕਿਰਾਏ ਦੇ ਹਿਸਾਬ ਨਾਲ ਅਸੀਂ ਆਪਣੀ ਗੱਡੀਆਂ ਚਲਾਉਂਦੇ ਹਾਂ। ਟਾਈਮ ਸਿਰ ਗੱਡੀ ਦੀ ਫਿਟਨੈਸ ਹੁੰਦੀ ਹੈ, ਗੱਡੀਆਂ ਇੰਸ਼ੋਰਡ ਹੁੰਦੀਆਂ ਨੇ। ਸਾਡੇ ਕੋਲ ਕੋਈ ਐਸਾ ਕੰਮ ਨਹੀਂ ਹੈ ਕਿ ਜਿਹੜਾ ਕਿਸੇ ਦੇ ਕੋਈ ਕਹਿ ਸਕੇ ਵੀ ਇਹ ਇਲੀਗਲ ਕੰਮ ਕਰਦੇ ਨੇ। ਤੁਹਾਡੇ ਕਹਿਣ ਦਾ ਮਤਲਬ ਕਿ ਇੱਕ ਵੱਡਾ ਘੁਟਾਲਾ ਵੀ ਹੋ ਪੂਰਾ ਵੱਡਾ ਘਟਾਲਾ ਹੈ ਜੀ, ਪੂਰਾ ਵੱਡਾ ਘਟਾਲਾ ਹੈ। ਰੋਡਵੇਜ਼ ਨੂੰ ਪੈਸੇ ਆ ਰਹੇ ਨੇ, ਡਰਾਈਵਰ ਔਰ ਕੰਡਕਟਰ ਇਹ ਜੀ ਰਲ ਕੇ ਹੋ ਰਿਹਾ ਜੀ, ਇਹ ਰਲ ਕੇ ਹੋ ਰਿਹਾ। ਪ੍ਰਾਈਵੇਟ ਦੀ ਜੇਬ 'ਚ ਨਹੀਂ ਜਾ ਰਿਹਾ। ਜੇਬ 'ਚ ਤਾਂ ਇਹ ਜਿਹੜੇ ਡਿਪੂ ਦੇ ਜਨਰਲ ਮੈਨੇਜਰਸ ਨੇ ਨਾ ਜੀ, ਜੀਐਮਸ ਨੇ, ਟੀਐਮਸ ਨੇ, ਉਹਨਾਂ ਦੀ ਸਹਿਮਤੀ ਨਾਲ ਉਤਲੇ ਜਿਹੜੇ ਇਹਨਾਂ ਦੇ ਹੈੱਡ ਆਫਿਸ ਵਾਲੇ ਨੇ ਰੋਡਵੇਜ਼ ਪੀਆਰਟੀਸੀ ਦੇ, ਉਹਨਾਂ ਦੀ ਸਹਿਮਤੀ ਨਾਲ ਹੋ ਰਿਹਾ। ਕਿਉਂਕਿ ਉਹਨਾਂ ਨੇ ਤਾਂ ਬਿੱਲ ਬਣਾ ਕੇ ਭੇਜ ਦੇਣਾ ਜੀ, ਬਿੱਲ ਦੇਣਾ ਸਰਕਾਰ ਨੇ, ਉਹ ਤਾਂ ਕੋਈ ਫਰਕ ਨਹੀਂ। ਉਹ ਕਾਗਜ਼ਾਂ 'ਚ ਜੀ ਸਾਡੀ ਰੋਡਵੇ ਪੀਆਰਟੀਸੀ ਜੀ ਸਾਡੀ ਜਿਹੜੀ ਹੈ ਉਹ ਇੰਨੀ ਹੋ ਗਈ ਜੀ, ਸਾਡੀ ਇੰਨੀ ਪਲੱਸ ਹੋ ਗਈ, ਰੋਜ਼ ਦਾ ਇੰਨਾ ਬੈਨੀਫਿਟ ਹੋ ਗਿਆ। ਬਾਈ ਜੀ ਉਹਦੀ ਦੱਸ ਦਿੰਦਾ ਜੀ। ਹੁਣ ਬਾਦਲਸ ਨੇ ਜੀ, ਸੁਣ ਲਓ ਜੀ, ਸੁਣ ਲਓ ਜੀ, ਬਾਦਲਸ ਨੇ ਜੀ, ਬਾਦਲਸ ਕੋਲੇ 329 ਬੱਸਾਂ ਨੇ ਜੀ। ਜੇ ਹੁਣ ਉਹਨਾਂ ਕੋਲੇ 329 ਬੱਸਾਂ ਹੈ ਜੀ, ਉਹਨਾਂ ਦੀਆਂ ਬੱਸਾਂ ਸੜਕ ਤੇ ਚੱਲਦੀਆਂ ਜੀ। ਪਿਛਲੇ ਟਰਾਂਸਪੋਰਟ ਮੰਤਰੀ ਨੇ ਰਾਜੇ ਵੜਿੰਗ ਨੇ, ਮੈਂ ਤਾਂ ਕਲੀਅਰ ਕੱਟ ਨਾ ਲੈਣਾ ਜੀ, ਉਹਨਾਂ ਨੇ ਸਾਰਾ ਕੁਝ ਕਰ ਲਿਆ ਜੀ। ਉਹਨਾਂ ਨੇ ਉਹਨਾਂ ਦੇ ਪਰਮਿਟਸ ਕੈਂਸਲ ਕਰਤੇ, ਉਹਨਾਂ ਦਾ ਟੈਕਸ ਨਹੀਂ ਆਇਆ। ਕਹਿੰਦੇ ਜੀ ਜੋ ਕੁਝ ਉਹਨਾਂ ਨੇ ਕੀਤਾ ਕੀ ਹੋਇਆ ਜੀ, ਹਾਈ ਕੋਰਟ 'ਚੋਂ ਬਹਾਲ ਹੋਏ ਜੀ। ਫਿਰ ਗਵਰਨਮੈਂਟ ਗਈ ਉਹਨਾਂ ਦੇ ਅਗੇਂਸਟ ਸੁਪਰੀਮ ਕੋਰਟ ਜੀ, ਸੁਪਰੀਮ ਕੋਰਟ ਨੇ ਉਹਨਾਂ ਨੂੰ ਖਿੱਚਿਆ ਜੀ, ਮੰਤਰੀ ਸਾਹਿਬ ਨੂੰ, ਵੀ ਜਿਹੜੀ ਤੁਹਾਡੀ ਇਹ ਪੋਲੀਟੀਕਲ ਲੜਾਈ ਹੈ ਇੱਥੇ ਨਾ ਲਿਆਓ, ਉੱਥੇ ਲੜੋ ਜਾ ਕੇ। ਉਹ 'ਚ ਕੀ ਹੋਇਆ ਜੀ ਤੁਹਾਡੇ ਸਾਹਮਣੇ ਆ ਜੀ। ਹੁਣ ਜਿਹੜੇ ਸਿਆਸੀ ਬਿਆਨ ਨੇ ਨਾ ਬਹੁਤ, ਉਹ ਕਹਿੰਦੇ ਵੀ 6000 ਬੱਸਾਂ ਬਣਾ ਲੀਆਂ ਫਲਾਣੇ ਪੋਲਿਟਿਕਸ, ਬਾਈ ਜੀ ਉਹ ਬੜੇ ਕਲੀਅਰ ਕਰ ਦਿਓ ਬਾਈ ਜੀ 2200 ਪ੍ਰਾਈਵੇਟ ਬੱਸ ਹੈ ਪੰਜਾਬ 'ਚ ਜੀ ਟੋਟਲ। 6000 ਤਾਂ ਇਨਕਲੂਡਿੰਗ ਰੋਡਵੇਜ਼ ਪੀਆਰਟੀਸੀ ਦੇ ਹੈ ਨਹੀਂ ਜੀ। ਚਰਚਾ ਤੁਸੀਂ ਵੀ ਸੁਣੀ ਹੋਣੀ ਆ ਜਿਹੜੀ ਚਰਚਾ ਬਾਈ ਜੀ ਸੁਣੀ ਆ ਜੀ। ਉਹ ਬਾਈ ਜੀ ਬੋਲਣ ਤੇ ਕਿਹੜਾ ਟੈਕਸ ਲੱਗਦਾ? ਅਸੀਂ ਜਿਹੜੀ ਗੱਲ ਤੁਹਾਡੇ ਨਾਲ ਕਰ ਰਹੇ ਔਨ ਰਿਕਾਰਡ ਹੈ ਜੀ, ਅਸੀਂ ਜਿਹੜੀ ਗੱਲ ਕਰ ਰਹੇ ਹਾਂ ਤੱਥਾਂ ਦੇ ਆਧਾਰ ਤੇ ਕਰ ਰਹੇ ਹਾਂ। ਕਿੰਨੀਆਂ ਬੱਸਾਂ ਜਿਹੜੇ ਮੈਂ ਹੋਲਡ ਕਰੋ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਹੜੀਆਂ ਵੀ ਸਰਕਾਰੀਆਂ ਸਾਰੀ ਇੱਕਮ ਨੇ। ਹਾਂਜੀ ਬੱਸਾਂ ਦੱਸ ਇੱਕ ਮਿੰਟ ਬਾਈ, ਬੱਸਾਂ ਦੱਸ ਲੈਣ ਦਿਓ ਬਾਈ ਜੀ। ਅੱਜ ਦੀ ਡੇਟ 'ਚ ਜੀ ਟੋਟਲ ਬਾਦਲਸ ਕੋਲੇ ਹੈਗੀਆਂ 329 ਬੱਸਾਂ ਜੀ। ਤੁਸੀਂ ਸਹੀ ਬੋਲ ਰਹੇ ਹੋ ਨਾ ਬਾਈ ਜੀ ਤੁਹਾਨੂੰ ਦੇ ਰਹੇ ਆ ਜੀ, ਤੁਸੀਂ ਵੈਰੀਫਾਈ ਕਰੋ ਜੀ। ਗਲਤ ਨਿਕਲੇ ਸਾਨੂੰ ਫੜ ਲਿਓ। ਇੱਕ ਸੈਕਿੰਡ ਸਰ, ਔਨ ਰਿਕਾਰਡ ਹੈ, ਆਫ ਰਿਕਾਰਡ ਵੀ ਬੱਸਾਂ ਚੱਲਦੀਆਂ ਨਹੀਂ ਜੀ ਕੋਈ ਨਹੀਂ ਚੱਲਦੀ ਜੀ, ਪਰਮਿਟ ਤੇ ਨੇ ਜੀ। ਬਾਈ ਜੀ ਹੁਣ ਉਹ ਤਾਂ ਕਹੀ ਜਾਣ ਜੀ, ਕੁਛ ਤਾਂ ਕਹਿਣਾ ਹੀ ਆ ਉਹਨਾਂ ਨੇ ਜੀ। ਜਿਹੜਾ ਹੁਣ ਉਹਨਾਂ ਨੇ ਇੱਕ ਸਰ ਉਹ ਮਾਫੀਆ, ਨਵੀਂ ਸਰਕਾਰ ਆ ਗਈ, ਨਵੀਂ ਸਰਕਾਰ ਨੇ ਵੀ ਨਹੀਂ ਸੁਣੀ ਤੁਹਾਡੀ। ਨਹੀਂ ਸੁਣੀ ਜੀ, ਹਜੇ ਤੱਕ ਤਾਂ ਨਹੀਂ ਸੁਣੀ। ਅਸੀਂ ਤਾਂ ਬੇਨਤੀ ਕਰਨ ਨੂੰ ਬੈਠੇ ਹਾਂ ਸਰਕਾਰ ਨੂੰ। ਨਵੀਂ ਸਰਕਾਰ ਨੂੰ ਮਿਲੇ ਆ ਜੀ, ਟਰਾਂਸਪੋਰਟ ਮਿਨਿਸਟਰ ਸਾਹਿਬ ਨੂੰ ਮਿਲੇ ਆ ਜੀ। ਉਹਨਾਂ ਨੂੰ ਰਿਕੁਐਸਟ ਕੀਤੀ ਜੀ, ਮੈਮੋਰੈਂਡਮ ਦਿੱਤਾ ਵੀ ਸਾਡੇ ਤੇ ਦਰਿਆਦਿਲੀ ਵਿਖਾਓ ਜੀ, ਅਸੀਂ ਤੁਹਾਡੇ ਕਮਾਊ ਪੁੱਤ ਹੈ, ਅਸੀਂ ਤੁਹਾਨੂੰ ਟੈਕਸ ਦਿੰਦੇ ਆ ਜੀ। ਕੱਲਾ ਮੋਟਰ ਵਹੀਕਲ ਟੈਕਸ ਨਹੀਂ ਦਿੰਦੇ ਜੀ, ਡੀਜ਼ਲ ਤੇ ਵੈਟ ਦਿੰਦੇ ਆ ਜੀ। ਠੀਕ ਹੈ ਜੀ। ਫਿਰ ਸਪੇਅਰ ਪਾਰਟ ਆ ਗਿਆ, ਟਾਇਰ ਆ ਗਿਆ, ਅਸੀਂ ਜਿਹੜੀ ਚੀਜ਼ ਲੈਂਦੇ ਆ ਜੀ ਉਹਦੇ ਤੇ ਸਰਕਾਰ ਨੂੰ ਟੈਕਸ ਦਿੰਦੇ। ਬੱਸਾਂ ਦੱਸ ਦਿਓ ਕਿੰਨੇ ਕਿ ਇਹ ਸੰਭਵ ਹੈਗਾ ਕਿ ਇੱਕੋ ਨੰਬਰ ਦੀਆਂ ਜਮਾ ਸੰਭਵ ਨਹੀਂ ਜੀ। ਕਈ ਪਾਸੇ ਚੱਲ ਗਈਆਂ ਬਾਈ ਜਾਂ ਜੀ ਦੋ ਚੱਲ ਗਈਆਂ। ਬਾਈ ਜੀ ਬੱਸ ਤੇ ਟੈਕਸ ਹੀ ਹੈ ਨਹੀਂ ਜੀ। ਅਸੀਂ ਕਮਲੇ ਆ ਜੀ, ਇੱਕ ਨੰਬਰ ਤੇ ਚਾਰਜ ਦੀ ਲੋੜ ਨਹੀਂ ਹੈ ਸਾਨੂੰ। ਕੀ ਲੋੜ ਹੈ ਜੀ? ਬੰਦਾ ਗਲਤ ਕੰਮ ਤਾਂ ਹੀ ਕਰੂ ਨਾ ਜੀ ਜੇ ਕੋਈ ਚੋਰੀ ਕਰਨੀ ਆ ਜੀ। ਉੱਥੇ ਚੋਰੀ ਦਾ ਮਸਲਾ ਹੀ ਕੋਈ ਨਹੀਂ। ਸਰਕਾਰ ਨੇ ਵਾਅਦਾ ਕੀਤਾ ਸੀ ਵੀ ਆਮ ਲੋਕਾਂ ਦੀ ਸਰਕਾਰ ਹੈ, ਹਰੇਕ ਬੰਦੇ ਦੀ ਗੱਲ ਸੁਣੀ ਜਾਊਗੀ। ਤੁਸੀਂ ਕਹਿੰਦੇ ਹੋ ਤੁਹਾਡੀ ਸੁਣਵਾਈ ਨਹੀਂ ਹੁੰਦੀ। ਸਾਨੂੰ ਉਮੀਦ ਹੈ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਾਡੀ ਆਪਦੀ ਸਰਕਾਰ ਹੈ, ਸਾਡੀ ਸੁਣਵਾਈ ਕਰਨਗੇ। ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਪੈਗੀ? ਬਾਈ ਜੀ ਪ੍ਰੈਸ ਕਾਨਫਰੰਸ ਦੀ ਲੋੜ ਤਾਂ ਪੈ ਗਈ, ਸਾਨੂੰ ਮਾਫੀਆ ਬਣਾਤਾ ਜੀ। ਬਾਈ ਜੀ ਪਿਛਲੇ ਮੰਤਰੀ ਸਾਹਿਬ ਨੇ ਪੋਲੀਟੀਕਲ ਏਜੰਡੇ ਦੇ ਤਹਿਤ ਬਣਾਇਆ ਜੀ ਵੋਟਾਂ ਲੈਣ ਨੂੰ। ਗੱਲ ਨਹੀਂ ਸੁਣੀ ਜਾਂਦੀ ਤਾਂ ਕੀ ਕਰੋਗੇ ਸਰ? ਹਾਂਜੀ ਗੱਲ ਨਹੀਂ ਸੁਣੀ ਜਾਂਦੀ ਤਾਂ ਕੀ ਬਾਈ ਜੀ ਅਸੀਂ ਤਾਂ ਬੇਨਤੀ ਕਰਨੀ ਆ, ਸਰਕਾਰ ਮੂਹਰੇ ਹੱਥ ਜੋੜ ਕੇ ਬੇਨਤੀ ਕਰੀ ਜਾਂਦੇ ਆ ਵੀ ਸਾਡੀ ਸੁਣਵਾਈ ਕਰ ਦਿਓ। ਕਿਉਂ ਮਾਰਦੇ ਹੋ ਸਾਨੂੰ? ਕਿਉਂਕਿ ਇਕੱਲੇ ਅਸੀਂ ਨਹੀਂ ਜੀ, ਹਰ ਇੱਕ ਬੱਸ ਮਗਰ ਨਾ ਜੀ, ਇੱਕ ਬੱਸ ਮਗਰ 5 ਜਾਣੇ ਜੁੜੇ ਹੋਏ ਆ ਜੀ। ਮਾਲਕਾਂ ਨੂੰ ਤਾਂ ਪਾਸੇ ਛੱਡ ਦਿਓ, ਸਾਨੂੰ ਓਨਰਸ ਨੂੰ 5 ਜਾਣਿਆਂ ਦੇ ਪਰਿਵਾਰ ਨੇ ਜੀ। ਕਿਉਂ ਮਾਰਦੇ ਹੋ ਜੀ? ਅਸੀਂ ਤਾਂ ਤੁਹਾਨੂੰ ਟੈਕਸ ਹੀ ਦਿੰਦੇ ਆ ਜੀ। ਅੱਛਾ ਕੱਲਾ ਟੈਕਸ ਨਹੀਂ ਦਿੰਦੇ, ਹਰ ਇੱਕ ਚੀਜ਼ ਤੇ ਸਰਕਾਰ ਨੂੰ ਸਾਡੇ ਤੋਂ ਟੈਕਸ ਆਉਂਦਾ ਜੀ। ਇੱਕ ਚੀਜ਼ ਹੋਰ ਸੁਣੋ ਸਰ, ਸਾਡੀ ਬੱਸ ਚੱਲੇ, ਸਾਡੀ ਬੱਸ ਨਾ ਚੱਲੇ, ਮੀਂਹ ਆਵੇ, ਹਨੇਰੀ ਆਵੇ, ਠੰਡ ਹੋਵੇ, ਗਰਮੀ ਹੋਵੇ, ਸਾਡੇ ਤੋਂ ਸਰਕਾਰ, ਸਵਾਰੀ ਬੈਠੇ ਨਾ ਬੈਠੇ, ਸਰਕਾਰ ਨੇ ਸਾਡੇ ਤੋਂ ਟੈਕਸ ਲੈਣਾ ਹੀ ਲੈਣਾ। ਕਿੰਨੀਆਂ ਬੱਸਾਂ ਨੇ ਜੀ ਪ੍ਰਾਈਵੇਟ? ਬਾਈ ਜੀ 329 ਬੱਸਾਂ ਟੋਟਲ ਬਾਦਲਸ ਕੋਲੇ ਤੇ 2171 ਬੱਸਾਂ ਬਾਦਲਸ ਤੋਂ ਇਲਾਵਾ ਪ੍ਰਾਈਵੇਟ ਆਪਰੇਟਰਸ ਕੋਲੇ ਆਮ ਨੇ ਜੀ। ਸਾਡੇ ਵਰਗੇ ਅਸੀਂ ਸਾਰੇ ਬੈਠੇ ਆ ਜੀ। ਤੇ ਪੀਆਰਟੀਸੀ ਕੋਲੇ ਹੈਗੀਆਂ ਜੀ 1049 ਬੱਸਿਸ। ਪੰਜਾਬ ਰੋਡਵੇਜ਼ ਕੋਲੇ ਹੈਗੀਆਂ ਜੀ 1650 ਬੱਸਿਸ। ਟੋਟਲ 5200 ਬੱਸ ਹੈ ਜੀ ਪੰਜਾਬ 'ਚ। लुधियाना फास्ट न्यूज के लिए टिंकू कुमार की रिपोर्ट।